कबीर मानस जन्म दुलंब है, होए न बारह बार। जो बन फल पाके भोए गिर है, बाहुर न लाग है डार। कबीर साहब जी आखते ਹਨ कि जो मानव देही मनुखा देही सानू मिली है ना, ये बड़ी दुर्लभ है, बहुत दुर्लभ। बड़ा लम्मा सफ़र तय करके ना, बहुत लम्मा सफ़र तय किया है। ਐਡਾ ਪੈਂਡਾ ਤੈਅ ਕਰਕੇ ਫਿਰ ਇਸ ਨੂੰ ਇਹ ਮਾਨਵ ਦੇਹੀ, ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸੇ ਕਰਕੇ ਦੁਰਲੱਭ ਕਹਿਣਾ ਪਿਆ। ਜੇ ਇਹ ਸੌਖੇ ਤਰੀਕੇ ਨਾਲ ਮਿਲ ਜਾਂਦੀ ਹੈ, ਬਹੁਤ ਛੇਤੀ ਮਿਲ ਜਾਂਦੀ ਹੈ, ਫਿਰ ਇਸ ਨੂੰ ਦੁਰਲੱਭ ਨਹੀਂ ਕਿਹਾ ਜਾਂਦਾ। ਦੁਰਲੱਭ ਇਸ ਕਰਕੇ ਆਖਿਆ ਕਿ ਜੀਵ ਆਤਮਾ ਨੇ ਨਾ ਬਹੁਤ ਸਰੀਰ ਬਦਲੇ, ਬਹੁਤ ਲੰਮਾ ਪੈਂਡਾ ਇਹਨੇ ਤੈਅ ਕੀਤਾ, ਬਹੁਤ ਲੰਮਾ ਸਫ਼ਰ ਤੈਅ ਕਰਕੇ ਫਿਰ ਇਸ ਨੂੰ ਇਹ ਮਨੁੱਖਾ ਦੇਹੀ ਮਿਲੀ। ਤੇ ਇਸ ਦੀ ਕਦਰ ਜੇ ਕਿਸੇ ਨੇ ਕੀਤੀ ਹੈ, ਜੇ ਕਿਸੇ ਨੇ ਪਹਿਚਾਣਿਆ ਹੈ ਤੇ ਸੰਤ ਜਨਾਂ ਨੇ, ਫਿਰ ਕਹਿਣਾ ਪਿਆ ਉਹਨਾਂ ਨੂੰ ਕਿ ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰਹ ਬਾਰ। ਨਾਲ ਇਹ ਵੀ ਕਹਿ ਦਿੱਤਾ ਕਿ ਵਾਰ-ਵਾਰ ਨਹੀਂ ਮਿਲਦੀ। ਜੇ ਤੁਸੀਂ ਸੋਚਦੇ ਹੋ ਨਾ ਕਿ ਬਹੁਤ ਛੇਤੀ ਮਿਲ ਜਾਂਦੀ ਹੈ, ਨਹੀਂ, ਇਹ ਵਾਰ-ਵਾਰ ਪ੍ਰਾਪਤ ਨਹੀਂ ਹੁੰਦੀ। 84 ਲੱਖ ਦਾ ਗੇੜਾ ਭੁਗਤਣ ਤੋਂ ਬਾਅਦ ਫਿਰ ਜੀਵ ਆਤਮਾ ਨੂੰ ਮੌਕਾ ਮਿਲਦਾ ਹੈ। ਫਿਰ ਉਸ ਮਾਲਕ ਵੱਲੋਂ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੂੰ ਹੁਣ ਫਿਰ ਮਨੁੱਖਾ ਦੇਹੀ ਧਾਰਨ ਕਰਕੇ ਤੇ ਉਸ ਮਾਲਕ ਦੀ ਭਗਤੀ ਕਰ ਸਕਦਾ ਹੈ। ਭਗਤੀ ਕਰੇਗਾ ਨਾ ਤੇ ਫਿਰ ਤੈਨੂੰ ਮੇਰੀ ਪ੍ਰਾਪਤੀ ਹੋ ਜਾਵੇਗੀ। ਪਰਮੇਸ਼ਰ ਦੇ ਵੱਲੋਂ ਜੀਵ ਆਤਮਾ ਨੂੰ ਇਹ ਮੌਕਾ ਦਿੱਤਾ ਜਾਂਦਾ ਹੈ। ਜਦੋਂ ਜੀਵ ਆਤਮਾ 84 ਦੇ ਗੇੜੇ ਤੋਂ ਬਾਹਰ ਨਿਕਲਦੀ ਹੈ ਨਾ, ਤੇ ਜੀਵ ਆਤਮਾ ਨੂੰ ਇਹਦੇ ਚੰਗੇ ਭਾਗ, ਚੰਗੇ ਸ੍ਰੇਸ਼ਟ ਕਰਮ ਵੇਖ ਕੇ 3 ਚੀਜ਼ਾਂ ਇਹਨੂੰ ਦਿੱਤੀਆਂ ਜਾਂਦੀਆਂ ਹਨ। ਪਹਿਲੀ ਵਸਤੂ, ਪਹਿਲੀ ਚੀਜ਼ ਕਿਹੜੀ ਹੈ? ਕਬੀਰ ਸਾਹਿਬ ਨੇ ਆਖਿਆ ਕਿ ਮਨੁੱਖਾ ਦੇਹੀ। ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਕਿ ਮਨੁੱਖਾ ਦੇਹੀ ਬੜੀ ਦੁਰਲਭ ਹੈ, ਬਹੁਤ ਦੁਰਲਭ, ਵੱਡਿਆਂ ਭਾਗਾਂ ਨਾਲ ਮਿਲੀ ਹੈ। ਇਸ ਲਈ ਪਹਿਲੀ ਵਸਤੂ, ਪਹਿਲੀ ਦਾਤ ਇਹਨੂੰ ਮਿਲੀ ਜੀਵ ਆਤਮਾ ਨੂੰ ਕਿ ਮਨੁੱਖਾ ਦੇਹੀ ਪ੍ਰਾਪਤ ਹੋ ਗਈ। ਦੂਜੀ ਚੀਜ਼ ਕਿਹੜੀ ਮਿਲੀ? ਦੂਜੀ ਚੀਜ਼ ਮਿਲੀ ਹੈ ਕਿ ਮਨੁੱਖਾ ਦੇਹੀ ਤੇ ਸਾਨੂੰ ਕਈ ਵਾਰ ਪ੍ਰਾਪਤ ਹੋਈ। ਮਨੁੱਖਾ ਦੇਹੀ ਸਾਨੂੰ ਕਈ ਵਾਰ ਮਿਲੀ ਹੈ, ਇੱਕ ਵਾਰ ਥੋੜਾ ਮਿਲੀ ਹੈ। ਮਨੁੱਖਾ ਦੇਹੀ, ਮਨੁੱਖ ਜਾਮਾ ਕਈ ਵਾਰ ਮਿਲਿਆ, ਕਈ ਵਾਰ 84 ਭੋਗੀ ਫਿਰ ਮਨੁੱਖਾ ਦੇਹੀ ਪ੍ਰਾਪਤ ਹੋਈ। ਇਹ ਮਨੁੱਖਾ ਦੇਹੀ ਸਾਨੂੰ ਕਈ ਵਾਰ ਮਿਲੀ, ਪਰ ਹਰ ਵਾਰ ਸਾਨੂੰ ਕੋਈ ਗੁਰੂ ਨਹੀਂ ਮਿਲਿਆ। ਦੂਜੀ ਚੀਜ਼ ਦੁਰਲੱਭ ਇਹ ਹੈ। ਪਹਿਲੀ ਦੁਰਲੱਭ ਚੀਜ਼ ਇਹ ਹੈ ਕਿ ਮਨੁੱਖਾ ਦੇਹੀ ਪ੍ਰਾਪਤ ਹੋ ਗਈ 84 ਤੋਂ ਬਾਅਦ। ਕੁੱਤੇ ਦੀ ਜੂਨ, ਸੂਰ ਦੀ ਜੂਨ, ਕੀਟ ਪਤੰਗਿਆਂ ਦੀ ਜੂਨ ਭੁਗਤਣ ਤੋਂ ਬਾਅਦ ਫਿਰ ਮਨੁੱਖਾ ਦੇਹੀ ਪ੍ਰਾਪਤ ਹੋਈ। ਇੱਕ ਇਹ ਦੁਰਲੱਭ ਹੈ। ਫਿਰ ਦੁਰਲੱਭ ਚੀਜ਼ ਕਿਹੜੀ ਮਿਲੀ ਕਿ ਸੰਤ ਮਿਲ ਗਿਆ, ਗੁਰੂ ਮਿਲ ਗਿਆ। ਤਾਂ ਹੀ ਤੇ ਆਖਿਆ ਕਿ ਮਨੁੱਖਾ ਦੇਹੀ ਕਈ ਵਾਰ ਮਿਲੀ ਹੈ, ਪਰ ਸੰਤ ਨਹੀਂ ਮਿਲਿਆ, ਗੁਰੂ ਨਹੀਂ ਮਿਲਿਆ, ਗੁਰੂ ਪ੍ਰਾਪਤ ਨਹੀਂ ਹੋਇਆ। ਜਿੰਨੀ ਵਾਰ ਵੀ ਦੇਹੀ ਪ੍ਰਾਪਤ ਕੀਤੀ, ਹਰ ਵਾਰ ਅਸੀਂ ਖਾ ਕੇ, ਪੀ ਕੇ, ਹੱਸ ਕੇ, ਸੌਂ ਕੇ
ਤੇ ਇਹ ਸਮਾਂ ਬਤੀਤ ਕਰ ਦਿੱਤਾ। ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਪਾਤਸ਼ਾਹ ਦੀ ਬਾਣੀ ਆਖਦੀ ਹੈ, ਰਾਤ ਗਵਾਈ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ RAM ਕਾ, ਮੂੜੇ ਫਿਰ ਪਾਸ਼ੈ ਪਛਤਾਹੇ ਰੇ। ਹੀਰੇ ਵਰਗਾ ਆਖ ਦਿੱਤਾ ਇਸ ਜਨਮ ਨੂੰ, ਹੀਰੇ ਵਰਗਾ ਹੈ ਤੇ ਹੀਰੇ ਵਰਗਾ, ਪਰ ਕੋਡੀਆਂ ਦੇ ਬਦਲੇ ਇਹ ਜਾਂਦਾ ਏ। ਕੋਡੀਆਂ ਦੇ ਬਦਲੇ ਕਿਉਂ? ਕਿਉਂਕਿ ਰਾਤ ਸੌਂ ਕੇ ਲੰਘਾ ਲਈ, ਦਿਨ ਚੜ੍ਹਿਆ ਤੇ ਹੱਸ ਲਿਆ ਖੇਡ ਲਿਆ, ਕਾਰੋਬਾਰ ਦੀਆਂ ਗੱਲਾਂ ਕਰ ਲਈਆਂ, ਪੈਸੇ ਦੀਆਂ ਗੱਲਾਂ ਕਰ ਲਈਆਂ, ਦਿਨ ਹੱਸ ਖੇਡ ਕੇ ਖਾ ਪੀ ਕੇ ਲੰਘਾ ਲਿਆ। ਰਾਤ ਸੌਂ ਕੇ ਦਿਨ ਖਾ ਪੀ ਕੇ ਮੌਜ ਮਸਤੀ ਕੀਤੀ, ਗੱਲਾਂ ਬਾਤਾਂ ਕੀਤੀਆਂ, ਧੰਦਾ ਕੀਤਾ, ਵਪਾਰ ਕੀਤਾ, ਦਿਨ ਵੀ ਗਿਆ, ਰਾਤ ਵੀ ਅਜਾਈ ਗਈ, ਦਿਨ ਵੀ ਅਜਾਈ ਗਿਆ। ਇਸ ਲਈ ਗੁਰੂ ਨਾਨਕ ਸਾਹਿਬ ਨੇ ਆਖਿਆ, ਮੂੜੇ ਫਿਰ ਪਾਸ਼ੇ ਪਛਤਾਹੇ ਰੇ, ਤੈਨੂੰ ਪਛਤਾਉਣਾ ਪਵੇਗਾ। ਕਿਉਂ? ਕਿਉਂਕਿ ਨਾਮ ਨਾ ਜਾਣਿਆ RAM ਕਾ, ਤੂੰ ਉਸ ਮਾਲਕ ਦੇ ਨਾਮ ਨੂੰ ਜਾਣਿਆ ਨਹੀਂ। ਤੇ ਉਹ ਨਾਮ ਨੂੰ ਜਾਣਨਾ ਕਿਸ ਤਰ੍ਹਾਂ ਸੀ? ਨਾਮ ਦਾ ਭੇਦ ਮਿਲਣਾ ਸੀ ਗੁਰੂ ਦੇ ਕੋਲੋਂ, ਸੰਤ ਜਨਾਂ ਦੇ ਕੋਲੋਂ। ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਨਾਮ ਲੈਣ ਵਾਸਤੇ, ਨਾਮ ਜਪਣ ਵਾਸਤੇ, ਉਸ ਭਗਵਤ ਪ੍ਰਾਪਤੀ ਵਾਸਤੇ ਇਹ ਮਨੁੱਖਾਂ ਦੇ ਹੀ ਮਿਲੇ ਸੀ, ਤੇ ਨਾਮ ਨੂੰ ਜਾਣਿਆ ਨਹੀਂ। ਇਹ ਦੇਹੀ ਕੌਡੀਆਂ ਦੇ ਭਾਅ ਚਲੀ ਗਈ। ਉਹ ਨਾਮ ਕਿੱਥੋਂ ਮਿਲਣਾ ਸੀ? ਗੁਰੂ ਦੇ ਕੋਲੋਂ। ਨਾਮ ਦਾ ਭੇਦ ਮਿਲਣਾ ਸੀ ਸੰਤ ਜਨਾਂ ਦੇ ਕੋਲੋਂ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪਰਗਾਸ। ਉਹ ਨਾਮ ਮਿਲਣਾ ਸੀ ਸਤਿਗੁਰ ਦੇ ਕੋਲੋਂ, ਪਰ ਸਤਿਗੁਰੂ ਮਿਲਿਆ ਹੀ ਨਹੀਂ। ਕਿੰਨੀ ਵਾਰ ਮਨੁੱਖਾਂ ਦੇ ਹੀ ਮਿਲੀ, ਪਰ ਸਤਿਗੁਰ ਦੇ ਕੋਲ ਨਹੀਂ ਆਏ, ਸੰਤ ਜਨਾਂ ਦਾ ਸੰਗ ਨਹੀਂ ਮਿਲਿਆ। ਇਸ ਕਰਕੇ ਗੁਰੂ ਮਿਲ ਗਿਆ, ਸੰਤ ਮਿਲ ਗਿਆ, ਗੁਰਮੁਖ ਮਿਲ ਗਏ, ਇਹ ਵੀ ਚੀਜ਼ ਦੁਰਲੱਭ ਹੈ। ਫਿਰ ਤੀਸਰੀ ਚੀਜ਼ ਇੱਕ ਹੋਰ ਆ ਜਾਂਦੀ ਹੈ। ਉਹ ਕਿਹੜੀ? ਤੀਸਰੀ ਚੀਜ਼ ਆ ਜਾਂਦੀ ਹੈ, ਪਹਿਲੀ ਤੇ ਇਹ ਸੀ ਕਿ ਮਨੁੱਖਾਂ ਦੇ ਹੀ ਮਿਲੀ, ਕਈ ਵਾਰ ਮਿਲੀ ਹੈ, ਪਰ ਗੁਰੂ ਨਹੀਂ ਮਿਲਿਆ। ਜੇ ਗੁਰੂ ਮਿਲ ਗਿਆ ਏ, ਜੇ ਸੰਤ ਜਨਾਂ ਦਾ ਸੰਗ ਮਿਲ ਗਿਆ ਹੈ, ਤੇ ਗੁਰੂ ਨੂੰ ਪਾ ਕੇ, ਸੰਤ ਨੂੰ ਪਾ ਕੇ, ਗੁਰਮੁਖ ਨੂੰ ਪਾ ਕੇ ਰੱਬ ਨੂੰ ਪਾਉਣ ਦੀ ਇੱਛਾ ਨਹੀਂ ਬਣੀ। ਜੇ ਗੁਰੂ ਵੀ ਸਾਨੂੰ ਕਈ ਵਾਰ ਮਿਲਿਆ, ਪਰ ਰੱਬ ਨੂੰ ਪਾਉਣ ਦੀ, ਉਹਨੂੰ ਵੇਖਣ ਦੀ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤਾ ਹੈ, ਉਸ ਮਾਲਕ ਨੂੰ ਵੇਖਣ ਦੀ ਇੱਛਾ ਨਹੀਂ ਬਣੀ, ਉਹਦੀ ਪ੍ਰਾਪਤੀ ਦੀ ਇੱਛਾ ਨਹੀਂ ਬਣੀ, ਭੁੱਖ ਹੀ ਨਹੀਂ ਲੱਗੀ, ਉਹਦੇ ਦਰਸ਼ਨਾਂ ਦੀ ਭੁੱਖ ਹੀ ਨਹੀਂ ਲੱਗੀ। ਜੇ ਕਿਸੇ ਨੂੰ ਭੁੱਖ ਹੀ ਨਾ ਲੱਗੀ ਹੋਵੇ, ਤੇ ਉਹਦੇ ਸਾਹਮਣੇ ਤੁਸੀਂ 36 ਪ੍ਰਕਾਰ ਦੇ ਭੋਜਨ ਪਰੋਸ ਕੇ ਰੱਖ ਦਵੋ, 36 ਪ੍ਰਕਾਰ ਦੇ ਬਹੁਤ ਮਹਿੰਗੇ ਮਹਿੰਗੇ ਭੋਜਨ ਪਦਾਰਥ ਉਹਦੇ ਸਾਹਮਣੇ ਰੱਖ ਦਵੋ, ਤੇ ਆਖੀਏ ਕਿ ਲੈ ਭਾਈ ਖਾ, ਉਹਨੇ ਆਖਣਾ ਮੈਨੂੰ ਭੁੱਖ ਹੀ ਨਹੀਂ ਲੱਗੀ, ਮੈਂ ਖਾਵਾਂ ਕਿਸ ਤਰ੍ਹਾਂ? ਅਸੀਂ ਆਖਣਾ ਹੈ ਤੂੰ ਕਮਲਾ ਏ, ਇੰਨੀ ਮਿਹਨਤ ਨਾਲ ਤਿਆਰ ਕੀਤੇ ਇੰਨੇ ਮਹਿੰਗੇ ਪਦਾਰਥ ਹਨ, ਪਨੀਰ ਬਣਾਇਆ ਏ, ਕਈ ਵੈਰਾਈਟੀਆਂ ਬਣਾਈਆਂ ਹਨ ਤੇਰੇ ਖਾਣ ਵਾਸਤੇ, ਤੇਰੀ ਆਓ ਭਗਤ ਕੀਤੀ ਹੈ, ਤੇ ਤੂੰ ਆਖਦਾ ਮੈਨੂੰ ਭੁੱਖ ਹੀ ਨਹੀਂ ਲੱਗੀ। ਉਹ ਅਜਾਈ ਗਿਆ ਨਾ, ਸਾਰਾ ਕੁਝ ਅਜਾਈ ਚਲਾ ਗਿਆ। ਜਿੰਨੇ ਉਹ ਪਦਾਰਥ ਭੋਜਨ ਤਿਆਰ ਕੀਤੇ ਸੀ 36 ਪ੍ਰਕਾਰ ਦੇ, ਉਹਦੀ ਮਿਹਨਤ ਤੇ ਅਜਾਈ ਗਈ ਹੈ ਨਾ। ਅਸੀਂ ਹੌਲੀ ਜੀ ਆਖ ਦਿੱਤਾ ਮੈਨੂੰ ਭੁੱਖ ਹੀ ਨਹੀਂ ਲੱਗੀ,
ਤੇ ਜਿਹਨੂੰ ਭੁੱਖ ਲੱਗੀ ਹੋਵੇਗੀ ਉਹਨੇ 36 ਪ੍ਰਕਾਰ ਦੇ ਭੋਜਨ ਨਹੀਂ ਵੇਖਣੇ। ਉਹ ਰਸੋਈ ਵਿੱਚ ਜਾਂਦਾ ਹੈ, ਉਦੋਂ ਇਹ ਵੀ ਨਹੀਂ ਬੰਦਾ ਪੁੱਛਦਾ ਕਿ ਰੋਟੀ ਗਰਮ ਹੈ, ਰੋਟੀ ਠੰਡੀ ਹੈ, ਸਬਜ਼ੀ ਰਾਤ ਦੀ ਬਣੀ ਹੈ ਕਿ ਤਾਜ਼ੀ ਬਣਾਈ ਹੈ। ਜਦੋਂ ਭੁੱਖ ਲੱਗੀ ਹੋਵੇਗੀ, ਜਦੋਂ ਡਾਢੀ ਭੁੱਖ ਲੱਗੀ ਹੋਵੇ, ਸਬਜ਼ੀ ਭਾਵੇਂ ਠੰਡੀ ਹੋਵੇ ਭਾਵੇਂ ਗਰਮ ਹੋਵੇ, ਰੋਟੀ ਤਾਜ਼ੀ ਹੋਵੇ ਭਾਵੇਂ ਬਾਸੀ ਹੋਵੇ, ਥਾਲੀ ਵਿੱਚ ਪਾ ਕੇ ਉਸੇ ਵੇਲੇ ਆਪਾਂ ਖਾ ਲੈਂਦੇ ਹਾਂ। ਤੇ ਜਦੋਂ ਭੁੱਖ ਨਾ ਲੱਗੀ ਹੋਵੇ ਫਿਰ ਅਸੀਂ ਖੇਖਨ ਕਰਦੇ ਹਾਂ, ਇਹ ਰਾਤ ਦੀ ਸਬਜ਼ੀ ਹੈ, ਇਹ ਤਾਜ਼ੀ ਕਿਉਂ ਨਹੀਂ ਬਣਾਈ, ਇਹ ਤੇ ਰੋਟੀ ਰਾਤ ਦੀ ਬਹੀ ਪਈ ਹੈ, ਮੈਨੂੰ ਤਾਜ਼ੀ ਬਣਾ ਕੇ ਦਿਓ। ਕਿਉਂਕਿ ਭੁੱਖ ਹੀ ਨਹੀਂ ਲੱਗੀ, ਉਹਨੂੰ ਭੁੱਖ ਨਹੀਂ ਲੱਗੀ। ਇਸੇ ਤਰ੍ਹਾਂ ਮਾਲਕ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ ਜਿਹਨੂੰ ਭੁੱਖ ਲੱਗੀ ਹੋਵੇ। ਇਸ ਲਈ ਮਨੁੱਖਾ ਦੇਹੀ ਤੇ ਕਈ ਵਾਰ ਪ੍ਰਾਪਤ ਹੋਈ, ਕਈ ਵਾਰ ਇਹ ਦੇਹੀ ਮਿਲੀ, ਸਰੀਰ ਮਿਲਿਆ ਤੇ ਗੁਰੂ ਨਹੀਂ ਮਿਲਿਆ। ਤੇ ਜੇ ਗੁਰੂ ਮਿਲ ਗਿਆ, ਜੇ ਗੁਰੂ ਵੀ ਮਿਲ ਗਿਆ ਤੇ ਫਿਰ ਗੁਰੂ ਨੂੰ ਪਾ ਕੇ ਇਹਦੀ ਬਾਣੀ ਪੜ੍ਹ ਕੇ ਮਾਲਕ ਦੇ ਦਰਸ਼ਨਾਂ ਦੀ ਭੁੱਖ ਹੀ ਨਹੀਂ ਲੱਗੀ, ਭੁੱਖ ਹੀ ਨਹੀਂ ਲੱਗੀ। ਇਸ ਕਰਕੇ ਪਾਤਸ਼ਾਹ ਨੇ ਆਖਿਆ, ਇਹ ਤਿੰਨ ਚੀਜ਼ਾਂ ਜੇ ਕਿਸੇ ਨੂੰ ਮਿਲ ਜਾਣ ਤੇ ਫਿਰ ਉਹਦਾ ਜਨਮ ਮਰਨ ਖਤਮ, ਉਹਦਾ ਫਿਰ ਜਨਮ ਜਿਹੜਾ ਹੈ ਉਹ ਸਫਲਾ ਹੋ ਜਾਂਦਾ ਹੈ, ਉਹਦਾ ਇੱਥੇ ਆਉਣਾ ਸਫਲ ਹੋ ਗਿਆ ਜਿਹਨੂੰ ਇਹ ਤਿੰਨੇ ਚੀਜ਼ਾਂ ਮਿਲ ਗਈਆਂ। ਕਿਉਂਕਿ ਉਹਨੇ ਜਨਮ ਮਰਨ ਮੇਟ ਲਿਆ, ਇਹ ਖਤਮ ਹੋ ਗਿਆ, ਫਿਰ ਦੁਬਾਰਾ ਕਦੇ ਨਹੀਂ ਆਵੇਗਾ ਇੱਥੇ, ਕਦੇ ਨਹੀਂ ਇਹਨੂੰ ਫੇਰਾ ਪਵੇਗਾ। ਹਾਂ, ਉਹਦੀ ਮੌਜ ਹੋਵੇ, ਉਹ ਮਾਲਕ ਨੂੰ ਆਖੇ ਕਿ ਮੈਂ ਜਾਣਾ ਇੱਕ ਵਾਰ ਫਿਰ ਜਾਣਾ ਹੈ। ਜਿਹੜੇ ਢੰਗ ਨਾਲ ਮੈਨੂੰ ਆਪ ਦੀ ਪ੍ਰਾਪਤੀ ਹੋਈ ਹੈ, ਉਹੀ ਢੰਗ ਉਹੀ ਭੇਦ ਮੈਂ ਸੰਸਾਰ ਦੇ ਲੋਕਾਂ ਨੂੰ ਜਾ ਕੇ ਦੱਸਾਂਗਾ ਕਿ ਇਸ ਢੰਗ ਨਾਲ ਮਿਲਦਾ ਹੈ, ਇਸ ਢੰਗ ਨਾਲ। ਇਸ ਲਈ ਪਾਤਸ਼ਾਹ ਨੇ ਆਖਿਆ, ਇਹ ਤਿੰਨ ਚੀਜ਼ਾਂ ਬਹੁਤ ਦੁਰਲੱਭ ਹਨ। ਇੱਕ ਮਨੁੱਖਾ ਦੇਹੀ ਮਿਲ ਜਾਣੀ, ਫਿਰ ਮਨੁੱਖਾ ਦੇਹੀ ਪਾ ਕੇ ਕਿਸੇ ਸੰਤ ਦੀ ਸੰਗਤ ਮਿਲ ਜਾਣੀ, ਜਿਹੜਾ ਬ੍ਰਹਮ ਨਿਸ਼ਟੀ ਹੈ, ਜਿਹੜਾ ਉਸ ਮਾਲਕ ਨੂੰ ਮਿਲਿਆ ਹੈ, ਬ੍ਰਹਮ ਨਿਸ਼ਟੀ, ਜੋ ਬ੍ਰਹਮ ਗਿਆਨੀ ਹੈ, ਜਿਹਦੇ ਕੋਲ ਬ੍ਰਹਮ ਦਾ ਭੇਦ ਹੈ। ਤੇ ਸਾਡੇ ਭਾਗ ਚੰਗੇ, ਸਾਨੂੰ ਬ੍ਰਹਮ ਨਿਸ਼ਟੀ ਤਤ ਬੇਤਾ ਗੁਰੂ ਮਿਲਿਆ, ਗੁਰੂ ਨਾਨਕ ਮਿਲਿਆ। ਤੇ ਗੁਰੂ ਨਾਨਕ ਨੂੰ ਪਾ ਕੇ ਇਹਦੀ ਸੰਗਤ ਕਰਕੇ ਜੇ ਸਾਨੂੰ ਉਸ ਮਾਲਕ ਦੇ ਦਰਸ਼ਨਾਂ ਦੀ ਭੁੱਖ ਨਾ ਲੱਗੀ, ਫਿਰ ਸਾਰਾ ਕੁਝ ਅਜਾਈ, ਸਾਰਾ ਕੁਝ, ਫਿਰ ਸਾਨੂੰ ਫੇਰਾ ਪਵੇਗਾ, ਫਿਰ ਜਨਮ ਮਰਨ ਖਤਮ ਹੋਵੇਗਾ, ਫੇਰਾ ਫਿਰ ਪੈ ਜਾਵੇਗਾ। ਜਿਸ ਤਰ੍ਹਾਂ ਆਪਾਂ ਵਿਚਾਰ ਨਹੀਂ ਕੀਤੀ ਕਿ ਅਸੀਂ ਤੇ ਭਾਈ ਇੰਨੀ ਮਿਹਨਤ ਦੇ ਨਾਲ ਰੋਟੀ ਤਿਆਰ ਕੀਤੀ ਹੈ ਤੇ ਤੂੰ ਹੌਲੀ ਜੀ ਆਖ ਦਿੱਤਾ ਕਿ ਮੈਨੂੰ ਭੁੱਖ ਹੀ ਨਹੀਂ ਲੱਗੀ। ਉਹ ਸਾਡੀ ਸਵੇਰ ਦੀ ਮਿਹਨਤ, ਇੰਨਾ ਪੈਸਾ ਖਰਚਿਆ, ਇੰਨੀ ਭੱਜ ਦੌੜ ਕੀਤੀ, ਇੰਨੇ ਸੋਹਣੇ ਪਦਾਰਥ ਬਣਾਏ, ਸਾਡੀ ਮਿਹਨਤ ਵੀ ਅਜਾਈ ਗਈ, ਸਾਡਾ ਪੈਸਾ ਵੀ ਅਜਾਈ ਗਿਆ, ਇਹ ਸਬਜ਼ੀ ਵੀ ਅਜਾਈ ਗਈ ਹੈ ਨਾ, ਸਾਰਾ ਕੁਝ। ਕਿਉਂ? ਕਿਉਂਕਿ ਉਹਨੇ ਆਖ ਦਿੱਤਾ ਮੈਨੂੰ ਭੁੱਖ ਹੀ ਨਹੀਂ ਲੱਗੀ। ਇਸ ਲਈ ਜੇ ਗੁਰੂ ਪਾ ਕੇ, ਸੰਤ ਪਾ ਕੇ ਸਾਨੂੰ ਉਸ ਮਾਲਕ ਦੇ ਦਰਸ਼ਨਾਂ ਦੀ ਭੁੱਖ ਨਾ ਲੱਗੀ, ਸਾਡੇ ਅੰਦਰ ਜਗਿਆਸਾ ਨਾ ਜਾਗੀ, ਅਸੀਂ ਜਗਿਆਸੂ ਨਾ ਬਣੇ, ਤੇ ਫਿਰ ਸਾਨੂੰ ਫੇਰਾ ਪਵੇਗਾ, ਫਿਰ ਗੁਰੂ ਕੁਝ ਵੀ ਨਹੀਂ ਕਰ ਸਕਦਾ। ਇਸ ਲਈ ਇਹ ਮਿਸਾਲਾਂ ਦੇਣੀਆਂ ਬਿਲਕੁਲ ਝੂਠੀਆਂ ਹਨ। ਜਿਹੜਾ ਅਸੀਂ ਕਹਿ ਦਿੰਦੇ ਹਾਂ ਕਿ ਦਸ਼ਮੇਸ਼ ਪਿਤਾ ਨੇ ਆਖਿਆ ਕਿ ਸਿਰ ਤੇ ਜੂੜਾ ਰੱਖ ਲਵੋ, ਜੇ ਤੁਸੀਂ ਨਰਕਾਂ ਵਿੱਚ ਡਿੱਗ ਪਵੋਗੇ ਨਾ ਤੇ ਮੈਂ ਤੁਹਾਡਾ ਜੂੜਾ ਵੇਖ ਕੇ ਤੁਹਾਨੂੰ ਪਹਿਚਾਣ ਲਵਾਂਗਾ। ਇਹ ਮਿਸਾਲਾਂ ਗਲਤ ਹਨ। ਤੇ ਇਹ ਮਿਸਾਲਾਂ ਪਤਾ ਕਿਹਨੇ ਦਿੱਤੀਆਂ? ਜਿਹੜੇ ਚਿੱਟ ਕੱਪੜੇ ਤੁਰੇ ਫਿਰਦੇ ਹਨ, ਉਹਨਾਂ ਨੇ ਐਵੇਂ ਹੀ ਆਪਣੇ ਕੋਲੋਂ ਮਿਸਾਲਾਂ ਬਣਾ ਲਈਆਂ, ਲਿਖਤ ਕਿਤੇ ਵੀ ਨਹੀਂ ਲਿਖੀ।
ਤੇ ਕੋਈ ਸਿਆਣੇ ਮਹਾਂਪੁਰਖ ਐਸਾ ਵੀ ਆਖਦੇ ਹਨ ਕਿ ਜੇ ਜੂੜਾ ਰੱਖਿਆ ਹੈ ਨਾ, ਜੂੜੇ ਦੇ ਨਾਲ ਤੇਰੇ ਕੋਲ ਊੜਾ ਵੀ ਹੋਣਾ ਚਾਹੀਦਾ ਹੈ, ਕੱਲਾ ਜੂੜਾ ਕੰਮ ਨਹੀਂ ਕਰੇਗਾ। ਜੇ ਅਸੀਂ ਆਖ ਲਈਏ ਕਿ ਕੇਸ ਰੱਖ ਲਏ, ਦਾੜੀ ਰੱਖ ਲਈ, ਦਸ਼ਮੇਸ਼ ਪਿਤਾ ਨੇ ਕੱਢ ਲੈਣਾ ਨਰਕਾਂ ਵਿੱਚੋਂ ਜੂੜਾ ਵੇਖ ਕੇ, ਨਹੀਂ, ਜੂੜੇ ਦੇ ਨਾਲ ਊੜਾ ਵੀ ਹੋਣਾ ਜ਼ਰੂਰੀ ਹੈ। ਜਿੱਥੇ ਜੂੜਾ ਹੈ ਉਥੇ ਊੜਾ ਵੀ ਹੋਵੇ। ਊੜਾ ਆਖਦੇ ਹਨ ਓੰਕਾਰ ਨੂੰ, ਊੜਾ ਓੰਕਾਰ। ਜੂੜਾ ਸਾਡੇ ਕੇਸ, ਕੱਲੇ ਕੇਸ ਕੰਮ ਨਹੀਂ ਕਰਨਗੇ। ਕਬੀਰ ਸਾਹਿਬ ਦੀ ਬਾਣੀ ਹੈ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾਏ। ਭਾਵੇਂ ਲੰਮੇ ਕੇਸ ਕਰ ਲੈ, ਭਾਵੇਂ ਇਹਨਾਂ ਨੂੰ ਰਗੜਾ ਕੇ ਤੇ ਖਤਮ ਕਰ, ਭਾਵੇਂ ਟਿੰਡ ਬਣਾ ਲੈ ਆਪਣੀ, ਮਾਲਕ ਨਹੀਂ ਜੇ ਮਿਲਣ ਵਾਲਾ। ਮਾਲਕ ਤਾਂ ਮਿਲੇਗਾ ਜੇ ਜੂੜਾ ਰੱਖਿਆ ਤੇ ਜੂੜੇ ਦੇ ਨਾਲ ਊੜਾ ਵੀ ਤੇਰੇ ਕੋਲ ਹੋਵੇ, ਓੰਕਾਰ। ਇਸ ਲਈ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ, ਇਹ ਤਿੰਨ ਚੀਜ਼ਾਂ ਬਹੁਤ ਦੁਰਲੱਭ ਹਨ, ਜਿਹਨੂੰ ਮਿਲ ਜਾਣ ਉਹਦੇ ਭਾਗ ਚੰਗੇ ਹਨ ਜੀ।